ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੈ ਮਸੀਹ ਦੀ। ਮੇਰਾ ਨਾਮ ਵਿਜੇ ਕੁਮਾਰ ਹੈ ਅਤੇ ਮੈਂ ਪਰਮੇਸ਼ਰ ਦਾ ਬਹੁਤ ਪਿਆਰਾ ਸੁਨੇਹਾ ਤੁਹਾਡੇ ਕੋਲ ਲੈ ਕੇ ਆਇਆ। ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਪਹਿਲਾ ਰਾਜਾ ਔਰ ਉਹਦਾ 3 ਅਧਿਆਏ ਔਰ ਅਸੀਂ 16 ਆਇਤ ਨੂੰ ਜਦ ਪੜ੍ਹਨਾ ਸ਼ੁਰੂ ਕਰਦੇ ਹਾਂ ਪਰ ਅਸੀਂ ਦੇਖਦੇ ਹਾਂ ਕਿ ਉਹਦੇ ਵਿੱਚ ਦੱਸਿਆ ਗਿਆ ਹੈ ਕਿ 2 ਔਰਤਾਂ ਨੇ ਜਿਹੜੀਆਂ ਇੱਕੋ ਘਰ ਦੇ ਵਿੱਚ ਰਹਿੰਦੀਆਂ ਸਨ ਔਰ ਉਹਨਾਂ ਦੋਨਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਸੋ ਉਹਨਾਂ ਵਿੱਚੋਂ ਇੱਕ ਮਾਂ ਨੇ ਆਪਣਾ ਬੱਚਾ ਆਪਣੇ ਥੱਲੇ ਦੇ ਕੇ ਮਾਰ ਦਿੱਤਾ। ਤੋ ਮੇਰੇ ਭੈਣ ਭਰਾਵੋ, ਮੇਰਾ ਟੌਪਿਕ ਹੈ ਕਿ ਅੱਜ ਬਹੁਤ ਸਾਰੇ ਮਾਂ-ਪਿਓ ਆਪਣੇ ਬੱਚਿਆਂ ਨੂੰ ਆਪਣੇ ਕੁਝ ਅਸੂਲਾਂ ਦੇ ਥੱਲੇ ਲੈ ਕੇ ਮਾਰ ਰਹੇ ਨੇ, ਕੁਝ ਆਪਣੀਆਂ ਲਾਪਰਵਾਹੀਆਂ ਦੇ ਥੱਲੇ ਲੈ ਕੇ ਮਾਰ ਰਹੇ ਨੇ, ਕਿਉਂਕਿ ਅਸੀਂ ਪਰਮੇਸ਼ਰ ਤੋਂ ਬਹੁਤ ਜ਼ਿਆਦਾ ਭਟਕ ਗਏ ਹਾਂ। ਅੱਜ ਦੁਨਿਆਵੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇਹ ਚੀਜ਼ਾਂ ਵੱਧ ਗਈਆਂ ਨੇ, ਟੈਕਨੋਲੋਜੀ ਵੱਧ ਗਈ ਹੈ ਔਰ ਅਸੀਂ ਟੈਕਨੋਲੋਜੀ ਦੇ ਗੁਲਾਮ ਹੋ ਗਏ। ਪਹਿਲੇ ਦੌਰ ਦੇ ਵਿੱਚ ਲੋਕਾਂ ਕੋਲ ਸਿਰਫ ਬਾਈਬਲ ਪੜ੍ਹਨ ਲਈ ਟਾਈਮ ਸੀ, ਪ੍ਰਾਰਥਨਾ ਕਰਨ ਲਈ ਟਾਈਮ ਸੀ, ਪਰ ਹੁਣ ਕਿਸੇ ਕੋਲ ਵੀ ਟਾਈਮ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਦੇ ਗੁਲਾਮ ਹੋ ਗਏ। ਸੋ ਮੇਰੇ ਭੈਣ ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਦੇ ਦੌਰ ਦੇ ਵਿੱਚ ਇੱਕ ਚੀਜ਼ ਚੱਲ ਰਹੀ ਹੈ, ਉਹਨੂੰ ਅਸੀਂ ਇੰਟਰਨੈਟ ਕਹਿੰਦੇ ਹਾਂ। ਸੋ ਇੰਟਰਨੈਟ ਬਹੁਤ ਵਧੀਆ ਚੀਜ਼ ਹੈ। ਕੁਝ ਜਦੋਂ ਮੁਸੀਬਤ ਦਾ ਦੌਰ, ਜਦੋਂ ਬਿਮਾਰੀ ਦਾ ਦੌਰ ਹੈ, ਸਾਡੇ ਸਭਨਾਂ ਦੇ ਸਾਂਝੇ ਬੱਚਿਆਂ ਨੇ ਔਰ ਸਾਡੇ ਭੈਣ ਭਰਾਵਾਂ ਨੇ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਇਸ ਚੀਜ਼ ਨੂੰ ਅੱਗੇ ਲੈ ਕੇ ਗਏ। ਬੱਚੇ ਘਰ ਦੇ ਵਿੱਚ ਪੜ੍ਹਦੇ ਸੀ, ਪਰ ਇਹਦੇ ਦੌਰਾਨ ਹੀ ਬੱਚਿਆਂ ਨੇ ਬਹੁਤ ਸਾਰੀਆਂ ਗਲਤ ਆਦਤਾਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਸੋ ਮੇਰੇ ਕਹਿਣ ਦਾ ਭਾਵ ਹੈ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਹੁਣ ਲਾਪਰਵਾਹ ਹੋ ਗਏ ਹਾਂ, ਕਿਉਂਕਿ ਹਰ ਇੱਕ ਚੀਜ਼ ਦਾ ਕੋਈ ਮਤਲਬ ਹੁੰਦਾ ਹੈ। ਅਸੀਂ ਵੇਖਾਂਗੇ ਕਿ ਇੰਟਰਨੈਟ ਦਾ ਕੀ ਮਤਲਬ ਹੈ। ਸੋ ਅਸੀਂ ਵੇਖਦੇ ਹਾਂ ਮੇਰੇ ਭੈਣ ਭਰਾਵੋ, ਇੰਟਰ ਦਾ ਮਤਲਬ ਹੁੰਦਾ ਅੰਦਰ, ਨੈਟ ਦਾ ਮਤਲਬ ਹੁੰਦਾ ਜਾਲ। ਔਰ ਮੇਰੇ ਭੈਣ ਭਰਾਵੋ, ਇਹ ਜਿਹੜਾ ਇੰਟਰਨੈਟ ਹੈ ਇਹ ਵਰਕ ਵੀ ਕਰ ਰਿਹਾ ਹੈ। ਅਸੀਂ ਆਪਣੇ ਘਰ ਦੇ ਉੱਤੇ ਬਹੁਤ ਮਹਿੰਗੇ ਪੈਸੇ ਲਗਾ ਦਿੰਦੇ ਹਾਂ। ਅਸੀਂ ਆਪਣੇ ਘਰ ਦੀਆਂ ਕੰਧਾਂ ਬਹੁਤ ਉੱਚੀਆਂ ਕਰ ਦਿੰਦੇ ਹਾਂ ਕਿ ਕੋਈ ਸਾਡੀ ਬੇਟੀ ਨੂੰ ਜਾਂ ਸਾਡੀ ਪਤਨੀ ਨੂੰ ਦੇਖ ਨਾ ਸਕੇ। ਪਰ ਮੇਰੇ ਭੈਣ ਭਰਾਵੋ, ਉਹ ਸਾਰਾ ਸਾਡਾ ਪੈਸਾ ਲਗਾਇਆ ਹੋਇਆ ਵਿਅਰਥ ਜਾਂਦਾ ਹੈ ਜਦੋਂ ਸਾਡੀ ਬੇਟੀ ਜਾਂ ਸਾਡੀ ਪਤਨੀ ਜਾਂ ਸਾਡੀ ਭੈਣ ਸਾਡੇ ਘਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਕਿਸੇ ਹੋਰ ਦੇ ਨਾਲ, ਉਹ ਇੰਟਰਨੈਟ ਦੇ ਨਾਲ ਜੁੜੀ ਹੋਈ, ਉਹ ਗਲਤ ਤਰੀਕੇ ਦੇ ਨਾਲ। ਔਰ ਬਹੁਤ ਸਾਰੇ ਲੋਕ ਨੇ ਜੋ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ ਅਗਵਾਈ ਨਹੀਂ ਕਰਦੇ, ਕਿਉਂਕਿ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਹੈ, ਤੁਸੀਂ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਦੱਸੋ। ਅੱਜ ਅਸੀਂ ਬਾਈਬਲ ਨੂੰ ਆਇਤ ਨੂੰ ਦੇਣਾ ਚੰਗਾ ਸਮਝਦੇ ਹਾਂ, ਪਰ ਪ੍ਰੈਕਟੀਕਲੀ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਉਹ ਨਹੀਂ ਸਮਝਦੇ। ਸੋ ਮੇਰੇ ਭੈਣ ਭਰਾਵੋ, ਸਾਡੇ ਸਭਨਾਂ ਦੇ ਬੱਚੇ ਜਿਹੜੇ ਆ ਉਹ ਟਾਇਲਟ ਦੇ ਵਿੱਚ ਫ਼ੋਨ ਲੈ ਕੇ ਜਾਂਦੇ ਨੇ, ਬਿਸਤਰਿਆਂ ਦੇ ਵਿੱਚ ਫ਼ੋਨ ਲੈ ਕੇ ਜਾਂਦੇ ਨੇ ਰਾਤ ਨੂੰ। ਹਾਲਾਂਕਿ ਅਸੀਂ ਵੀ ਜਾਣਦੇ ਹਾਂ ਉਹਨਾਂ ਦਾ ਕੋਈ ਬਿਜ਼ਨਸ ਨਹੀਂ ਹੈ ਜਾਂ ਉਹਨਾਂ ਨੂੰ ਕੋਈ ਐਡੀ ਜ਼ਰੂਰਤ ਨਹੀਂ ਹੈ, ਪਰ ਉਹ ਨੈੱਟ ਦੇ ਗੁਲਾਮ ਹੋ ਚੁੱਕੇ ਨੇ। ਤੁਹਾਡਾ ਬੇਟਾ, ਨੌਜਵਾਨ ਬੇਟਾ, ਉਹ ਟਾਇਲਟ ਦੇ ਵਿੱਚ ਜਾਏਗਾ ਤਾਂ ਉਹ ਅੱਧੇ ਘੰਟੇ ਲਈ ਉਸ ਜਗ੍ਹਾ 'ਤੇ ਰੁਕੇਗਾ। ਉਹਦੇ ਕੰਨਾਂ ਦੇ ਵਿੱਚ ਹੈੱਡਫੋਨ ਹੋਣਗੇ ਔਰ ਫ਼ੋਨ ਹੋਵੇਗਾ। ਇਸ ਦਾ ਮਤਲਬ ਹੈ ਤੁਸੀਂ ਸੁਸਤੀ ਦੇ ਵਿੱਚ ਉਸ ਮਾਂ ਦੀ ਤਰ੍ਹਾਂ ਜਿਹਨੇ ਆਪਣਾ ਬੱਚਾ ਆਪਣੇ ਖੁਦ ਦੇ ਥੱਲੇ ਲੈ ਕੇ ਮਾਰ ਲਿਆ। ਤੁਸੀਂ ਵੀ ਜਾਣਦੇ ਹੋ ਔਰ ਮੈਂ ਵੀ ਜਾਣਦਾ ਹਾਂ ਕਿ ਤੁਹਾਡਾ ਬੱਚਾ ਉਸ ਜਗ੍ਹਾ 'ਤੇ ਜਾ ਕੇ ਕੀ ਵੇਖ ਰਿਹਾ ਹੈ। ਸੋ ਮੇਰੇ ਭੈਣ ਭਰਾਵੋ, ਕੁਝ ਚੀਜ਼ ਜਾਂ ਸਾਨੂੰ ਜ਼ਿੰਦਗੀ ਦੇ ਵਿੱਚ ਜਿਹੜੀਆਂ ਹੈ ਉਹ ਲਾਗੂ ਕਰਨ ਦੀ ਜ਼ਰੂਰਤ ਹੈ। ਪ੍ਰਭੂ ਯਿਸੂ ਮਸੀਹ ਸਾਨੂੰ ਬੁੱਧ ਦਿੰਦਾ ਹੈ, ਕਿਉਂਕਿ ਅਸੀਂ ਇਸ ਕਹਾਣੀ ਦੇ ਵਿੱਚ ਵੇਖਿਆ ਹੈ ਕਿ ਰਾਜਾ ਜਿਹੜਾ ਸੁਲੇਮਾਨ ਸੀ, ਉਹਨੇ ਪ੍ਰਭੂ ਯਿਸੂ ਪਰਮੇਸ਼ਰ ਕੋਲ ਸਿਰਫ ਬੁੱਧ ਮੰਗੀ ਸੀ। ਸੋ ਬੁੱਧ ਹੋਣੀ ਤੁਹਾਡੇ ਕੋਲ ਬਹੁਤ ਜ਼ਿਆਦਾ ਜ਼ਰੂਰੀ ਹੈ।
ਸੋ ਉਹਨੇ ਨਿਆਂ ਵੀ ਕੀਤਾ ਸੀ। ਜੇ ਤੁਸੀਂ ਆਪਣੇ ਘਰ ਦੇ ਵਿੱਚ ਨਿਆਂ ਨਹੀਂ ਕਰਦੇ, ਤੁਸੀਂ ਵੇਖ ਰਹੇ ਹੋ ਕਿ ਹਾਂ ਅਸੀਂ ਬਹੁਤ ਜ਼ਿਆਦਾ ਚਿਰ ਤੋਂ ਇਸ ਚੀਜ਼ ਨੂੰ ਵੇਖ ਰਹੇ ਹਾਂ ਕਿ ਸਾਡਾ ਬੱਚਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਵਿਗੜ ਗਿਆ ਹੈ। ਅੱਜ ਮੇਰੇ ਭੈਣ ਭਰਾਵੋ, ਬਹੁਤ ਸਾਰੀਆਂ ਟੈਕਨੋਲੋਜੀਆਂ ਵੱਧ ਗਈਆਂ ਨੇ ਔਰ ਸਾਡੇ ਬੱਚੇ ਵੀ ਜਿਹੜੇ ਆ ਬਹੁਤ ਜ਼ਿਆਦਾ ਗਲਤ ਹੋ ਗਏ ਨੇ। ਉਹ ਦੇਰ ਰਾਤ ਤੱਕ ਫੋਨ ਚਲਾਉਂਦੇ ਨੇ, ਗਲਤ ਚੀਜ਼ਾਂ ਦੇਖਦੇ ਨੇ ਔਰ ਸਾਡੀ ਬੇਟੀ ਗਲਤ ਲੋਕਾਂ ਦੇ ਨਾਲ ਗੱਲਾਂ ਕਰਦੀ ਹੈ। ਪਰ ਫਿਰ ਵੀ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਸਾਡੇ ਅੰਦਰ ਉਹ ਆਤਮਾ ਹੈ, ਉਹ ਸੁਸਤੀ ਵਾਲਾ ਆਤਮਾ ਹੈ ਜਿਹੜਾ ਉਸ ਮਾਂ ਦੇ ਵਿੱਚ ਸੀ ਜਿਹਨੇ ਆਪਣਾ ਬੱਚਾ ਆਪਣੇ ਥੱਲੇ ਲੈ ਕੇ ਮਾਰ ਲਿਆ। ਅੱਜ ਬਹੁਤ ਸਾਰੀਆਂ ਮਾਵਾਂ ਜਿਹੜੀਆਂ ਹੈ ਆਪਣੀਆਂ ਬੇਟੀਆਂ ਦੇ ਉੱਤੇ ਧਿਆਨ ਨਹੀਂ ਦੇ ਰਹੀਆਂ। ਅਸੀਂ ਕਿੱਡੇ ਬੇਸਮਝ ਲੋਕ ਹੋ ਗਏ ਹਾਂ। ਅਸੀਂ ਆਪਣੀ ਬੇਟੀ ਨੂੰ ਇੱਕ ਵਧੀਆ ਏਸੀ ਦਿੰਦੇ ਹਾਂ 50,000 ਦਾ, ਵਧੀਆ ਬੈੱਡ ਦਿੰਦੇ ਹਾਂ, ਵਧੀਆ ਅਲਮਾਰੀ ਦਿੰਦੇ ਹਾਂ, ਉਹ ਵਧੀਆ ਟੀਵੀ ਦਿੰਦੇ ਹਾਂ, ਪਰ ਅਸੀਂ ਕਦੀ ਵੀ ਉਹਨੂੰ ਬਾਈਬਲ ਨਹੀਂ ਦਿੱਤੀ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਬੇਟੀ ਉਸ ਬਾਈਬਲ ਨੂੰ ਪੜ੍ਹੇਗੀ ਨਹੀਂ, ਕਿਉਂਕਿ ਅਸੀਂ ਉਹਦੀ ਆਦਤ ਨੂੰ ਜਾਣਦੇ ਹਾਂ। ਕਿਉਂਕਿ ਸਾਡੇ ਆਲਸ ਦੇ ਨਾਲ ਹੀ ਸਾਨੂੰ ਪਤਾ ਹੈ ਕਿ ਅਸੀਂ ਉਹਨੂੰ ਬਾਈਬਲ ਸ਼ੁਰੂ ਤੋਂ ਕਦੀ ਨਹੀਂ ਪੜ੍ਹਾਈ। ਔਰ ਮੇਰੇ ਭੈਣ ਭਰਾਵੋ, ਬਹੁਤ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਨੇ ਕਿ ਅਸੀਂ ਵੇਖਦੇ ਹਾਂ ਅੱਜ ਕੱਲ੍ਹ ਤਲਾਕ ਦਾ ਜਿਹੜਾ ਹੈ ਉਹ ਬਹੁਤ ਸਾਰਾ ਦੌਰ ਵੱਧ ਚੁੱਕਿਆ ਹੈ, ਕਿਉਂਕਿ ਲੜਾਈ ਜਿਹੜੀ ਹੈ ਇਸ ਚੀਜ਼ ਤੋਂ ਸ਼ੁਰੂ ਹੁੰਦੀ ਹੈ ਕਿ ਬੱਚੀ ਜਿਹੜੀ ਹੈ ਉਹ ਕੋਈ ਵੀ ਘਰ ਦਾ ਕੰਮ ਨਹੀਂ ਕਰਦੀ। ਉਹ ਸੁੱਤੀ ਰਹਿੰਦੀ ਹੈ, ਦੇਰ ਰਾਤ ਤੱਕ ਜਾਗਦੀ ਹੈ, ਫੋਨ ਚਲਾਉਂਦੀ ਹੈ, ਸੁਬਾਹ ਦੇ ਨਾਲ ਉੱਠਦੀ ਹੈ, ਉੱਠਦਿਆਂ ਸਾਰ ਟੀਵੀ ਵੇਖਦੀ ਹੈ, ਘਰਦਿਆਂ ਦੀ ਅਣਆਗਿਆਕਾਰੀ ਹੈ। ਔਰ ਮੇਰੇ ਭੈਣ ਭਰਾਵੋ, ਇਸ ਦੇ ਪਿੱਛੇ ਕੀ ਹੈ? ਇਸ ਦੇ ਪਿੱਛੇ ਉਸ ਮਾਂ ਦਾ ਹੱਥ ਹੈ, ਕਿਉਂਕਿ ਇੱਕ ਮਾਂ ਹੀ ਹੈ ਜਿਹਨੇ ਦੱਸਣਾ ਹੈ ਕਿ ਪਵਿੱਤਰ ਬਾਈਬਲ ਨੂੰ ਸਾਨੂੰ ਪੜ੍ਹਨਾ ਚਾਹੀਦਾ ਹੈ। ਬੇਟੀ, ਤੇਰਾ ਉੱਠਣ ਦਾ ਸਮਾਂ ਸਵੇਰੇ ਇਸ ਵਕਤ ਦਾ ਹੈ, ਤੈਨੂੰ ਉੱਠਦਿਆਂ ਸਾਰ ਬਾਈਬਲ ਪੜ੍ਹਨੀ ਚਾਹੀਦੀ ਹੈ। ਅੱਜ ਸਾਡੇ ਬੱਚੇ ਉੱਠਦਿਆਂ ਸਾਰ ਬਾਈਬਲ ਨਹੀਂ ਬਲਕਿ ਆਪਣਾ ਫੋਨ ਵੇਖਦੇ ਨੇ ਔਰ ਫੋਨ ਤੋਂ ਬਾਅਦ ਆਪਣਾ ਚਾਰਜਰ ਵੇਖਦੇ ਨੇ। ਸਾਡੀ ਮਸੀਹਤ ਦਾ ਦੌਰ ਬੜੇ ਗਲਤ ਰਸਤੇ ਦੇ ਉੱਤੇ ਜਾ ਰਿਹਾ ਹੈ। ਸੋ ਮੇਰੇ ਭੈਣ ਭਰਾਵੋ, ਅੱਜ ਤੁਸੀਂ ਆਪਣੀ ਸੁਸਤੀ ਦੇ ਚੱਲਦਿਆਂ ਆਪਣੇ ਬੱਚੇ ਆਪਣੇ ਥੱਲੇ ਲੈ ਕੇ ਮਾਰ ਰਹੇ। ਔਰ ਅਸੀਂ ਗੱਲ ਕਰਦੇ ਹਾਂ ਪਲਟੀ ਕੀ ਚੀਜ਼ ਹੈ। ਉਸ ਮਾਂ ਨੇ ਪਲਟੀ ਮਾਰੀ ਪਰ ਉਹਦਾ ਬੱਚਾ ਉਹਦੇ ਥੱਲੇ ਆ ਗਿਆ। ਔਰ ਜਦੋਂ ਤੁਸੀਂ ਦੇਖਦੇ ਹੋ ਕਿ ਤੁਸੀਂ ਬਹੁਤ ਵੱਡੇ ਯਾਨੀ ਕਿ ਪ੍ਰਾਰਥਨਾ ਸਭਾ ਦੇ ਵਿੱਚ ਜਾ ਰਹੇ ਹੋ ਔਰ ਉੱਥੇ ਤੁਸੀਂ 6 ਘੰਟੇ 7 ਘੰਟੇ ਬਿਤਾ ਰਹੇ ਹੋ, ਪਰ ਇੱਕ ਦਿਨ ਦੇ ਲਈ ਉਹ ਤੁਹਾਡੀ ਘਰ ਆ ਕੇ ਉਹ ਰੂਟੀਨ ਕੀ ਹੈ? ਕਿ ਤੁਹਾਡੀ ਓਨੀ ਪਿਆਸ ਉੱਥੇ ਹੀ ਕਿ ਉਹ ਤੁਹਾਡਾ ਰੋਣਾ ਅੱਖਾਂ ਦੇ ਵਿੱਚ ਜਿਹੜਾ ਉੱਥੇ ਸੀ ਉਹ ਘਰ ਆ ਕੇ ਵੀ ਹੈ? ਕਿ ਤੁਹਾਡੀ ਉਹ ਜਿਹੜੀ ਚਾਹਤ ਉੱਥੇ ਜਾਣ ਦੀ ਸੀ ਉਹ ਬੜੇ ਜਿੱਦ ਦੇ ਨਾਲ, ਬੜੀ ਜਲਦੀ ਦੇ ਨਾਲ, ਕਿ ਤੁਹਾਡੀ ਘਰ ਆਣ ਕੇ ਬਾਈਬਲ ਨੂੰ ਵੀ ਉਹ ਚਾਹਤ ਸੀ? ਕਿ ਤੁਸੀਂ ਆਪਣੀ ਬੇਟੀ ਨੂੰ ਬਾਈਬਲ ਪੜ੍ਹਨ ਲਈ ਕਿਹਾ? ਕਿ ਤੁਸੀਂ ਆਪਣੇ ਬੇਟੇ ਨੂੰ ਬਾਈਬਲ ਪੜ੍ਹਨ ਲਈ ਕਿਹਾ? ਕਿ ਤੁਸੀਂ ਆਪਣੇ ਪਤੀ ਨੂੰ ਬਾਈਬਲ ਪੜ੍ਹਨ ਲਈ ਕਿਹਾ? ਕਿ ਤੁਸੀਂ ਆਪ ਬਾਈਬਲ ਪੜ੍ਹੀ? ਨਹੀਂ, ਕਿਉਂਕਿ ਅੱਜ ਸਾਡੇ ਵਿੱਚ ਸਿਰਫ ਇੱਕ ਆਤਮਾ ਚੱਲ ਰਿਹਾ ਹੈ। ਉਹ ਆਤਮਾ ਸੁਸਤੀ ਦਾ ਹੈ, ਆਲਸ ਦਾ ਹੈ। ਅੱਜ ਸਾਡੇ ਕੋਲ ਬਹੁਤ ਜ਼ਿਆਦਾ ਇਸ ਚੀਜ਼ ਲਈ ਸਮਾਂ ਨਹੀਂ ਹੈ ਕਿ ਅਸੀਂ ਇਸ ਚੀਜ਼ ਨੂੰ ਹੋਰ ਜ਼ਿਆਦਾ ਤਰੀਕੇ ਨਾਲ ਵਰਤੀਏ। ਸੋ ਮੇਰੇ ਭੈਣ ਭਰਾਵੋ, ਆਪਣੇ ਬੱਚਿਆਂ 'ਤੇ ਕੰਟਰੋਲ ਕਰੋ। ਮੇਰੇ ਕਹਿਣ ਦਾ ਮਤਲਬ ਇਹ ਹੈ, ਮੇਰੇ ਮੈਸੇਜ ਦਾ ਮਤਲਬ ਇਹ ਹੈ ਕਿ ਆਲਸੀ ਮਾਂ ਨਾ ਬਣੋ, ਕਿਉਂਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਬੱਚਾ ਆਪਣੇ ਥੱਲੇ ਲੈ ਕੇ ਮਾਰ ਲਵੋਗੇ। ਬਹੁਤ ਸਾਰੇ ਲੋਕਾਂ ਦੇ ਘਰ ਵਿੱਚ ਅੱਜ ਬੱਚੇ ਨਹੀਂ ਹੋ ਰਹੇ ਕਿਉਂਕਿ ਉਹਨਾਂ ਦੇ ਨੌਜਵਾਨ ਬੱਚੇ ਕੁਝ ਗਲਤੀਆਂ ਕਰ ਲੈਂਦੇ ਨੇ ਜੋ ਕਿ ਬਚਪਨ ਤੋਂ ਹੁੰਦੀਆਂ ਨੇ। ਪਰ ਇਹਨਾਂ ਨੂੰ ਕੌਣ ਵੇਖ ਸਕਦਾ ਹੈ? ਇਹਨਾਂ ਨੂੰ ਇੱਕ ਮਾਂ-ਬਾਪ ਵੇਖ ਸਕਦੇ ਨੇ, ਕਿਉਂਕਿ ਉਹ ਜਾਣਦੇ ਆ ਕਿ ਮੇਰਾ ਬੱਚਾ ਜਿਹੜਾ ਟਾਇਲਟ ਦੇ ਵਿੱਚ ਇੰਨਾ ਸਮਾਂ ਬਿਤਾ ਰਿਹਾ ਹੈ ਉਹ ਕਿਉਂ ਹੈ। ਸੋ ਆਪਣੇ ਬੱਚਿਆਂ ਦੇ ਕੋਲ ਫੋਨ ਦੇਣਾ ਜ਼ਰੂਰੀ ਹੈ, ਪਰ ਉਹਦੀ ਤਾਕੀਦ ਕਰਨੀ ਵੀ ਤੁਹਾਨੂੰ ਜ਼ਰੂਰੀ ਹੈ। ਤੁਸੀਂ ਵੇਖੋ ਕਿ ਹਾਂ ਮੇਰੇ ਬੱਚੇ ਦਾ ਹੋਮਵਰਕ ਕੰਪਲੀਟ ਹੋ ਚੁੱਕਾ ਹੈ, ਤਾਂ ਆਪਣਾ ਉਸ ਨੂੰ ਫੋਨ ਉਹਦੇ ਕੋਲ ਲੈ ਲਵੋ ਔਰ ਸਵਿਚ ਆਫ ਕਰਕੇ ਜਿਸ ਜਗ੍ਹਾ 'ਤੇ ਤੁਸੀਂ ਲੇਟਦੇ ਹੋ, ਬੈੱਡ ਹੋ ਸਕਦਾ ਹੈ, ਉਸ ਬੈੱਡ ਦੀ ਢੋਅ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ, ਆਪਣੀ ਅਲਮੀਰਾ ਹੋ ਸਕਦੀ ਹੈ, ਉਹਦੇ ਵਿੱਚ ਉਸ ਦਾ ਫੋਨ ਜਿਹੜਾ ਹੈ ਲੌਕ ਕਰਕੇ ਰੱਖੋ ਔਰ ਜਦੋਂ ਉਹਨੂੰ ਲੋੜ ਹੈ ਉਸ ਨੂੰ ਦਿਓ। ਇਸ ਕਰਕੇ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਨੂੰ ਬਚਾ ਸਕਦੇ ਹੋ, ਕਿਉਂਕਿ ਨੌਜਵਾਨ ਧੀਆਂ ਔਰ ਨੌਜਵਾਨ ਬੇਟੇ ਬਹੁਤ ਹੀ ਗਲਤ ਰਸਤੇ 'ਤੇ ਚੱਲ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਮੇਰੇ ਭੈਣ ਭਰਾਵੋ, ਆਪਣੇ ਬੱਚਿਆਂ ਨੂੰ ਆਪਣੇ ਹੇਠਾਂ ਨਾ ਲੈ ਕੇ ਮਾਰੋ, ਕਿਉਂਕਿ ਤੁਸੀਂ ਜਦੋਂ ਪਲਟੀ ਮਾਰ ਰਹੇ ਹੋ ਤਾਂ ਉਹ ਪਲਟੀ ਇਹ ਹੈ ਕਿ ਤੁਸੀਂ ਜਾਣ ਬੁੱਝ ਕੇ ਵੀ ਆਪਣੇ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਨਹੀਂ ਰੋਕ ਰਹੇ। ਸੋ ਮੇਰੇ ਭੈਣ ਭਰਾਵੋ, ਇਹ ਸਾਰਾ ਕਲੇਸ਼ ਦਾ ਜਿਹੜਾ ਜੜ ਹੈ ਉਹ ਸਾਡਾ ਇੰਟਰਨੈਟ ਹੈ,
ਕਿਉਂਕਿ ਸਾਡੀ ਬੇਟੀ ਦਾ ਤਲਾਕ ਹੋਣਾ ਉਹ ਵੀ ਇੰਟਰਨੈਟ ਦੇ ਕਾਰਨ ਹੈ, ਕਿਉਂਕਿ ਦੇਰ ਰਾਤ ਤੱਕ ਉਹਨੂੰ ਮਜਬੂਰੀ ਬਣ ਚੁੱਕੀ ਹੈ, ਉਹਦੇ ਲਈ ਇੱਕ ਆਦਤ ਬਣ ਚੁੱਕੀ ਹੈ ਕਿ ਉਹ ਉਹਦੇ ਤੋਂ ਸਿਵਾ ਹੁਣ ਰਹਿ ਨਹੀਂ ਸਕਦੀ, ਉਹ ਬੇਟਾ ਉਹਦੇ ਤੋਂ ਸਿਵਾ ਰਹਿ ਨਹੀਂ ਸਕਦਾ। ਤੁਸੀਂ ਉਹਨਾਂ ਨੂੰ ਆਦਤ ਹੀ ਨਹੀਂ ਪਾਈ ਕਿ ਬਾਈਬਲ ਨੂੰ ਪੜ੍ਹਨਾ ਔਰ ਪਰਮੇਸ਼ਰ ਦੇ ਨਾਲ ਗੱਲਾਂ ਕਰਨੀਆਂ ਜਾਂ ਪ੍ਰਾਰਥਨਾ ਕਰਨੀ, ਕਿਉਂਕਿ ਪਰਮੇਸ਼ਰ ਦਾ ਕਲਾਮ ਦੱਸਦਾ ਹੈ ਜਵਾਨ ਜਵਾਨੀ ਦੇ ਦਿਨਾਂ 'ਚ ਆਪਣੇ ਕਰਤਾਰ ਨੂੰ ਯਾਦ ਕਰ। ਸੋ ਇਸ ਕਰਕੇ ਉਹ ਸਮਾਂ ਇਹੋ ਹੀ ਹੈ ਕਿ ਜਵਾਨੀ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਪਾਲਣਾ ਕਰੋ ਤਾਂ ਕਿ ਤੁਹਾਡੇ ਬੱਚੇ ਤੁਹਾਡੇ ਆਗਿਆਕਾਰੀ ਰਹਿਣ। ਸੋ ਇਸ ਦੇ ਨਾਲ ਹੀ ਸਭ ਨੂੰ ਜੈ ਮਸੀਹ ਦੀ